ਜਲੰਧਰ ਬਾਈ ਇਲੈਕਸ਼ਨ ਦੀ ਬੀਜੇਪੀ ਲਈ ਇੰਪੋਰਟੈਂਸ ਕੀ ਹੈ? ਇੱਕ ਮੰਤਰੀ ਦੇ ਖਿਲਾਫ ਚਾਰਜ ਸ਼ੀਟ ਨਾ ਆ ਗਿਆ ਲਿਕਰ ਸਕੈਮ ਵਿੱਚ। ਇੱਕ ਇੱਥੇ ਵੀਡੀਓ ਚੱਲ ਰਹੀ ਹੈ, ਕੋਈ ਲਾਲਚੰਦ ਕਟਾਰਾ ਚੁੱਕ ਹੈਗੀ, ਤੇ ਜਿਹੜਾ ਵਿਕਟਿਮ ਹੈ ਉਸ ਵਿਕਟਿਮ ਉਹ ਕਹਿੰਦਾ ਹਾਂ ਇਹ ਮੇਰੇ ਨਾਲ ਹੋਇਆ। ਛੋਟਾ ਸਵਾਲ ਤੇ ਮੈਂ ਤੁਸੀਂ ਪੁੱਛਿਆ ਇਸ ਲਈ ਮੈਂ ਉਹਨੂੰ ਜਵਾਬ ਦੇਣ ਦਿਓ ਵੀ ਜਿੱਤਣ ਲਈ ਲੜ ਰਹੇ ਹੋ ਜਾਂ ਆਪਣੀ ਗਰੂਮਿੰਗ ਲਈ ਲੜ ਰਹੇ ਹੋ? ਪੰਜਾਬ ਜਿਹੜਾ 1980 ਦੇ ਆਸ-ਪਾਸ ਤੀਜੇ ਥਾਂ ਤੇ ਜਾਂ ਪੰਜਵੇਂ ਥਾਂ ਤੇ ਸੀਗਾ ਦੇਸ਼ ਦੇ ਅੰਦਰ, ਉਹ ਗਿਰ ਕੇ 19th ਜਾਂ 22nd ਪੋਜੀਸ਼ਨ ਤੇ ਪਹੁੰਚ ਗਿਆ। ਤੇ ਗਿਰਨ ਦੀ ਹੋਰ ਸਕੋਪ ਨਹੀਂ ਹੈ, ਪਰ ਹੋਰ ਸਟੇਟਸ ਨਹੀਂ ਹੈਗੀਆਂ ਜਿਨ੍ਹਾਂ ਦੇ ਰਾਜ ਦੇ ਵਿੱਚ ਖਰਾਬ ਹੋਈ, ਤੁਹਾਡੇ ਪਾਰਟਨਰ ਸੀਗੇ, ਤੇ ਉਸ ਤੋਂ ਬਾਅਦ ਜਦੋਂ ਬਿਲਕੁਲ ਹੀ ਹੋਰ ਜ਼ਿਆਦਾ ਖਰਾਬ ਹੋ ਗਈ ਉਹ ਤੁਹਾਨੂੰ ਜੁਆਇਨ ਹੀ ਕਰ ਜਾਂਦੇ ਜਦੋਂ ਕਾਂਗਰਸ ਚੱਲਦੀ ਬੱਸ ਤੋਂ ਉਹਨਾਂ ਨੂੰ ਲਾ ਦਿੰਦੇ। ਦੇਖੋ ਤੁਸੀਂ ਆਪਣੀ ਪੋਲੀਟੀਕਲ ਥੀਸਿਸ ਦੇਣੀ ਹੈ, ਬੜੀ ਖੁਸ਼ੀ ਨਾਲ ਦਿਓ। ਦ ਫੈਕਟ ਕਿ ਅਸੀਂ ਗਠਬੰਧਨ ਦੇ ਜੂਨੀਅਰ ਪਾਰਟਨਰ ਸੀਗੇ, ਮੈਂ ਉਹਨੂੰ ਡਿਨਾਈ ਨਹੀਂ ਕਰ ਰਿਹਾ। ਉਹ ਗਠਬੰਧਨ ਸਾਡੇ ਵਾਸਤੇ ਚੰਗਾ ਨਹੀਂ ਸੀਗਾ, ਮੈਂ ਉਹ ਕਹਿ ਰਿਹਾ। ਦੇਸ਼ ਵਿੱਚ ਜਿੱਥੇ ਵੀ ਬੀਜੇਪੀ ਦੀਆਂ ਸਰਕਾਰਾਂ ਹੈਗੀਆਂ, ਜਿਨ੍ਹਾਂ ਵੀ ਰਾਜਾਂ 'ਚ, ਉੱਤੇ ਦਬਾ ਕੇ ਵਿਕਾਸ ਹੋ ਰਿਹਾ। ਪਰ ਇੱਕ ਪੰਜਾਬ ਜਿਹੜਾ ਹੈਗਾ, ਪੰਜਾਬ ਦਾ ਡੱਬਾ ਇਸ ਰੇਲ ਗੱਡੀ 'ਚੋਂ ਥੋੜਾ ਡੀਰੇਲ ਹੋ ਗਿਆ, ਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਪ੍ਰੋਬਲਮ, ਇਕਨੋਮਿਕ ਡਿਫਿਕਲਟੀਜ਼, ਨਸ਼ੇ ਦੀ ਪ੍ਰੋਬਲਮ, ਇਹ ਸਾਰੀਆਂ ਪ੍ਰੋਬਲਮ ਵੱਧ ਰਹੀਆਂ ਨੇ। ਇਹ ਨਵੀਆਂ ਨੇ ਜਾਂ ਪੁਰਾਣੀਆਂ? ਨਹੀਂ, ਇਹ ਸਾਰੀਆਂ पुरानी है। ये आम आदमी पार्टी जड़ी आई सी बड़ी मनु तो 4 कमरों का घर चाहिए, मैं तो गरीब आदमी मफलर पा के वैगन आर दी फ्रंट सीट बैठ गया, होया की है वो शीश माल देखा जाए। ये पॉलिटिक्स नहीं है, ये पॉलिटिक्स का सबवर्जन है। आम आदमी खास आदमी बन गया। ਜੰਤਰ ਮੰਤਰ ਤੋਂ ਲੈ ਕੇ ਮਨੀਪੁਰ ਤੱਕ ਜਿਹੜੀ ਕੰਡੀਸ਼ਨ ਹੈ ਉਹ ਵੀ ਪੈਰਲਲ ਦੇਖੀ ਜਾਏਗੀ ਬੀਜੇਪੀ ਰੂਲ ਦੇ ਵਿੱਚ। ਜੰਤਰ ਮੰਤਰ ਕੋਈ ਬੀਜੇਪੀ ਰੂਲ ਨਹੀਂ ਹੈ, ਜੰਤਰ ਮੰਤਰ ਦਿੱਲੀ ਰੂਲ। ਬਟ ਤੁਸੀਂ ਅਗਰ ਰੈਸਲਰਸ ਦੇ ਬਾਰੇ ਕਹਿ ਰਹੇ ਹੋ, ਮੇਰੀ ਗੱਲ ਸੁਣੋ, ਮੇਰੀ ਗੱਲ। ਡਿਮਾਂਡ ਸੀਗੀ ਕਿ ਉਹਨਾਂ ਦੇ ਖਿਲਾਫ FIR ਹੋਣਾ ਚਾਹੀਦਾ। FIR has been launched। ਜਿਹੜੇ ਸੈਕਸ਼ਨ ਲਗਾਉਣੇ ਚਾਹੀਦੇ ਨੇ ਉਹ ਹੋ ਗਏ ਨੇ। ਬਟ ਮੈਂ ਇਹ ਪੁੱਛਣਾ ਚਾਹੁੰਦਾ, ਲੋਕ ਬੀਜੇਪੀ ਨੂੰ ਕਿਉਂ ਵੋਟ ਕਰਨਗੇ? ਮੈਂ ਇਸ ਲਈ ਮੈਂ ਦੱਸ ਰਿਹਾ ਕਿਉਂ, ਕਿਉਂਕਿ ਬੀਜੇਪੀ ਕਹਿ ਰਹੇ ਕਿ ਬੀਜੇਪੀ ਰੂਲ ਸਟੇਟ ਵਿੱਚ ਇਹੋ ਜਿਹਾ ਨਸ਼ੇ ਦੀ ਪ੍ਰੋਬਲਮ ਨਹੀਂ ਹੋ ਸਕਦੀ। ਨੰਬਰ 1 ਬੀਜੇਪੀ ਕਹਿ ਰਹੀ ਹੈ ਕਿ ਸਾਰੀਆਂ ਜਿਹੜੀਆਂ ਬੀਜੇਪੀ ਰੂਲ ਸਟੇਟਸ ਨੇ ਉੱਥੇ ਰੇਟ ਆਫ ਗਰੋਥ ਪੰਜਾਬ ਤੋਂ 3 ਗੁਣਾ ਜ਼ਿਆਦਾ ਹੈਗੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਲੋਕ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ। ਜਲੰਧਰ ਬਾਈਪੋਲ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਕਿਹੜੀ ਪਾਰਟੀ ਪਹਿਲੇ ਨੰਬਰ ਤੇ, ਦੂਜੇ ਤੇ, ਤੀਜੇ ਤੇ, ਚੌਥੇ ਤੇ ਆਏਗੀ। ਦਰਅਸਲ ਦੇਖਣ ਦੀ ਇਹ ਜ਼ਰੂਰਤ ਹੁੰਦੀ ਹੈ ਬਾਈ ਇਲੈਕਸ਼ਨ ਦੇ ਵਿੱਚ, ਖਾਸ ਤੌਰ ਦੇ ਉੱਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਲੋਕਾਂ ਨਾਲ, ਆਵਾਮ ਨਾਲ ਜੋ ਵਾਅਦੇ ਕੀਤੇ ਹੁੰਦੇ ਆ ਕਿ ਉਹ ਵਾਅਦੇ ਉਸ ਤੋਂ ਪਹਿਲਾਂ ਵਫਾ ਕੀਤੇ ਆ ਜਾਂ ਨਹੀਂ ਕੀਤੇ। 2014 ਵਾਲੀ ਇਲੈਕਸ਼ਨ ਜਦੋਂ ਮੈਂ ਕਵਰ ਕਰ ਰਿਹਾ ਸੀ, ਉਸ ਤੋਂ ਪਹਿਲਾਂ ਇੱਕ ਮੈਂ ਨਾਰਾ ਸੁਣਿਆ ਸੀ, ਕਾਂਗਰਸ ਮੁਕਤ ਭਾਰਤ। ਇੱਕ ਨਾਰਾ ਇਹ ਵੀ ਸੁਣਿਆ ਸੀ ਕਿ ਕਿਸਾਨ ਦੀ ਆਮਦਨੀ ਦੁੱਗਣੀ ਹੋਵੇਗੀ। ਇੱਕ ਵਾਅਦਾ ਇਹ ਵੀ ਸੁਣਿਆ ਸੀਗਾ ਕਿ ਖਾਤਿਆਂ ਦੇ ਵਿੱਚ 15-15 ਲੱਖ ਰੁਪਇਆ ਆਵੇਗਾ, ਔਰ ਬਹੁਤ ਸਾਰਿਆਂ ਹੋਰ ਅਜਿਹੇ ਵਾਅਦੇ ਹੋਏ ਸੀਗੇ। ਬੀਜੇਪੀ ਦੇ ਜਿਹੜੇ ਸਪੋਕਸਪਰਸਨ, ਜਿਹੜੇ ਲੀਡਰ ਸੀਗੇ, ਉਹਨਾਂ ਦੇ ਮੁਖਾਰਬਿੰਦ ਦੇ ਵਿੱਚੋਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆਈਆਂ ਸੀ। ਤੇ ਬੀਜੇਪੀ ਦਾ ਉਦੋਂ ਪੋਲੀਟੀਕਲ ਪਾਰਟਨਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ। ਤੋ ਇਸ ਵੇਲੇ ਦੋਵੇਂ ਅਲੱਗ ਨੇ, ਇਲੈਕਸ਼ਨ ਲੜ ਰਹੇ ਆ। ਕੰਡੀਸ਼ਨ ਇਸ ਵੇਲੇ ਦੀ ਮੌਜੂਦਾ ਕਾਂਗਰਸ ਕੁਝ ਸਟਰੋਂਗ ਨਜ਼ਰ ਆ ਰਹੀ ਹੈ, ਪਰ ਬੀਜੇਪੀ ਦੀ ਟੌਪ ਲੀਡਰਸ਼ਿਪ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਕੁੱਦੀ ਹੋਈ ਹੈ। ਕੇਂਦਰੀ ਮੰਤਰੀ ਨੇ, ਬਹੁਤ ਸੀਨੀਅਰ ਲੀਡਰ ਨੇ, IAS ਆਫੀਸਰ ਰਹਿ ਚੁੱਕੇ ਆ, ਬੜੇ ਇੰਪੋਰਟੈਂਟ ਰੋਲ ਜਿਹੜੇ ਆ ਉਹ ਵੱਖ-ਵੱਖ ਗਵਰਨਮੈਂਟ ਦੇ ਵਿੱਚ ਅਦਾ ਕਰ ਚੁੱਕੇ ਆ। ਹਰਦੀਪ ਪੁਰੀ ਸਾਹਿਬ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪੁਰੀ ਸਾਹਿਬ, ਕੇਂਦਰੀ ਮੰਤਰੀ ਹੋਣ ਦੇ ਨਾਤੇ ਬੀਜੇਪੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਪੋਲੀਟਿਕਸ ਨੂੰ ਬੜੀ ਡੀਪਲੀ ਤੁਸੀਂ ਸਮਝਦੇ ਹੋ। ਜਲੰਧਰ ਬਾਈ ਇਲੈਕਸ਼ਨ ਦੀ ਬੀਜੇਪੀ ਲਈ ਇੰਪੋਰਟੈਂਸ ਕੀ ਆ? ਚੰਡੀਗੜ੍ਹ ਬਾਈ ਇਲੈਕਸ਼ਨ ਬੀਜੇਪੀ ਵਾਸਤੇ ਬਹੁਤ ਇੰਪੋਰਟੈਂਟ ਇਸ ਲਈ ਹੈ ਕਿ ਅਸੀਂ ਪੰਜਾਬ ਵਿੱਚ ਇਨ ਜਨਰਲ 117 ਦੀ ਅਸੈਂਬਲੀ 23 ਸੀਟਾਂ ਜ਼ਿਆਦਾ ਲੜਦੇ ਨਹੀਂ ਸੀਗੇ। ਬੀਜੇਪੀ ਨੇ ਜਲੰਧਰ ਦੀ ਸੀਟ ਕਦੀ ਲੜੀ ਨਹੀਂ ਹੈ, ਤੇ ਹੁਣ ਪਹਿਲਾ ਮੌਕਾ ਹੈਗਾ ਕਿ ਅਸੀਂ ਇਹਨੂੰ ਲੋਕ ਸਭਾ ਦੀ ਬਾਈਪੋਲ ਮੰਨਿਆ। ਬਾਈਪੋਲ ਵਿੱਚ ਬਾਈਪੋਲ ਦਾ ਜਿਹੜਾ ਮਾਹੌਲ ਹੁੰਦਾ ਉਹ ਜਨਰਲ ਇਲੈਕਸ਼ਨ ਦੇ ਮਾਹੌਲ ਤੋਂ ਥੋੜ੍ਹਾ ਅਲੱਗ ਹੁੰਦਾ, ਤੇ ਇਹ ਵੀ ਬਾਈਪੋਲ ਜੋ ਵੀ ਕੈਂਡੀਡੇਟ ਇਲੈਕਟਿਡ ਹੋਏਗਾ ਸਕਸੈਸਫੁਲੀ 7-8 ਮਹੀਨੇ ਵਾਸਤੇ। ਬਟ ਬੀਜੇਪੀ ਐਜ਼ ਅ ਪਾਰਟੀ ਅਸੀਂ ਸਾਰੀ ਇਲੈਕਟਰਲ ਬੈਟਲ ਤੋਂ ਬਹੁਤ ਸੀਰੀਅਸਲੀ ਲੈਂਦੇ ਹਾਂ। ਹੁਣ ਮੈਂ ਤੁਹਾਨੂੰ ਦੱਸਾਂ, ਇੱਥੇ ਬੀਜੇਪੀ ਤੁਸੀਂ ਜਦੋਂ ਇੰਟਰੋਡਿਊਸ ਕਰ ਰਹੇ ਸੀ 2014 'ਚ, ਜਦੋਂ ਮੋਦੀ ਜੀ ਨੇ ਰਿਸਪੌਂਸਿਬਿਲਿਟੀ ਸੰਭਾਲੀ, ਇੰਡੀਆ ਕਿੱਥੇ ਸੀਗੀ ਉਸ ਵਕਤ? 10ਵੇਂ ਥਾਂ 'ਤੇ ਸੀਗੀ ਵਰਲਡ ਇਕੋਨਮੀਜ਼ ਵਿੱਚ। ਉਹ ਪਿਛਲੇ 2014 ਤੋਂ ਲੈ ਕੇ ਅੱਜ ਤੱਕ 9 ਸਾਲ ਪੂਰੇ ਨਹੀਂ ਹੋਏ ਨੇ ਅਜੇ,
ਜਾਂ ਹੋਣ ਵਾਲੇ ਕੁਝ ਦਿਨਾਂ 'ਚ ਅਸੀਂ 10ਵੇਂ ਥਾਂ ਤੋਂ ਆ ਕੇ 5ਵੇਂ ਸਥਾਨ 'ਤੇ ਆ ਗਏ ਹਾਂ। ਸਾਡੀ 3.8 ਟ੍ਰਿਲੀਅਨ ਡਾਲਰ ਦੀ ਇਕੋਨਮੀ ਹੈ। ਸਾਡੇ ਅੱਗੇ ਦੋ ਹੋਰ ਦੇਸ਼ ਹੈਗੇ, ਜਰਮਨੀ ਤੇ ਜਾਪਾਨ, ਜਿਨ੍ਹਾਂ ਦੀ ਇਕੋਨਮੀਜ਼ ਹੈਗੀਆਂ 4.1 ਟ੍ਰਿਲੀਅਨ ਤੇ 4.3 ਟ੍ਰਿਲੀਅਨ ਦੀ। ਕੁਛ ਹੀ ਸਮੇਂ 'ਚ, ਮੈਂ ਇਹ ਨਹੀਂ ਕਹਿ ਰਿਹਾ ਕੱਲ ਪਰਸੋਂ, ਪਰ ਬਹੁਤ ਜਲਦੀ ਅਸੀਂ ਦੁਨੀਆ ਦੀ 3rd ਲਾਰਜੈਸਟ ਇਕੋਨਮੀ ਹੋਵਾਂਗੇ। 2025 ਤੱਕ 5 ਟ੍ਰਿਲੀਅਨ ਡਾਲਰ ਦੀ ਇਕੋਨਮੀ ਤੇ 2030 ਤੱਕ 10 ਟ੍ਰਿਲੀਅਨ ਡਾਲਰ ਦੀ। ਅਗਰ ਅਸੀਂ ਦੁਨੀਆ ਵਿੱਚ 3rd ਲਾਰਜੈਸਟ ਇਕੋਨਮੀ ਬਣਨੇ ਜਾ ਰਹੇ ਹਾਂ, ਦੇਸ਼ ਵਿੱਚ ਜਿੱਥੇ ਵੀ ਬੀਜੇਪੀ ਦੀਆਂ ਸਰਕਾਰਾਂ ਹੈਗੀਆਂ, ਜਿਨ੍ਹਾਂ ਵੀ ਰਾਜਾਂ 'ਚ, ਉੱਤੇ ਦਬਾ ਕੇ ਵਿਕਾਸ ਹੋ ਰਿਹਾ। ਪਰ ਇੱਕ ਪੰਜਾਬ ਜਿਹੜਾ ਹੈਗਾ, ਪੰਜਾਬ ਦਾ ਡੱਬਾ ਇਸ ਰੇਲ ਗੱਡੀ 'ਚੋਂ ਥੋੜ੍ਹਾ ਡੀਰੇਲ ਹੋ ਗਿਆ ਅਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਪ੍ਰੋਬਲਮ, ਇਕਨੋਮਿਕ ਡਿਫਿਕਲਟੀਜ਼, ਨਸ਼ੇ ਦੀ ਪ੍ਰੋਬਲਮ, ਇਹ ਸਾਰੀਆਂ ਪ੍ਰੋਬਲਮ ਵੱਧ ਰਹੀਆਂ ਨੇ। ਇਹ ਨਵੀਆਂ ਨੇ ਜਾਂ ਪੁਰਾਣੀਆਂ? ਨਹੀਂ, ਇਹ ਸਾਰੀਆਂ ਪੁਰਾਣੀਆਂ ਨੇ। ਪਰ ਮੈਂ ਦੱਸਣਾ, ਪੁਰਾਣੀਆਂ ਨੇ, ਪਰ ਪੁਰਾਣੀ ਹੁਣ ਇੱਕ ਮਾਨ ਸਾਹਿਬ ਨੇ ਇੱਕ ਬਿਆਨ ਦਿੱਤਾ ਬੜਾ ਇੰਟਰਸਟਿੰਗ, ਕਹਿੰਦਾ ਜੀ ਅਕਾਲੀ ਦਲ ਤੇ ਕਾਂਗਰਸ ਨੇ 70 ਸਾਲ ਹੁਕੂਮਤ ਕੀਤੀ ਹੈ, ਮੇਰਾ ਤਾਂ 1 ਸਾਲ, ਮੈਨੂੰ 1 ਸਾਲ ਹੋਰ ਦੇ ਦਿਓ। 1 ਸਾਲ ਮਤਲਬ ਮੰਨ ਗਿਆ ਕਿ ਗੜਬੜ ਹੈ। ਸਵਾਲ ਉਹ ਨਹੀਂ ਹੈ। ਕੋਈ ਨਹੀਂ ਕਹਿ ਰਿਹਾ ਕਿ ਕਾਂਗਰਸ ਤੇ ਅਕਾਲੀਆਂ ਨੇ ਜੋ ਕੀਤਾ ਉਹ ਚੰਗਾ, ਕੋਈ ਨਹੀਂ ਕਹਿ ਰਿਹਾ। ਕਹਿ ਇਹ ਰਹੇ ਨੇ ਕਿ ਪੰਜਾਬ ਜਿਹੜਾ 1980 ਦੇ ਆਸ-ਪਾਸ ਤੀਜੇ ਥਾਂ 'ਤੇ ਜਾਂ 5ਵੇਂ ਥਾਂ 'ਤੇ ਸੀਗਾ ਦੇਸ਼ ਦੇ ਅੰਦਰ, ਉਹ ਗਿਰ ਕੇ 19th ਜਾਂ 22nd ਪੋਜੀਸ਼ਨ 'ਤੇ ਪਹੁੰਚ ਗਿਆ। ਤੇ ਗਿਰਨ ਦੀ ਹੋਰ ਸਕੋਪ ਨਹੀਂ ਹੈ, ਪਰ ਹੋਰ ਸਟੇਟਸ ਨਹੀਂ ਹੈਗੀਆਂ। ਠੀਕ ਹੈ, ਅਗਰ ਤੁਸੀਂ ਮਤਲਬ ਮਾਨ ਸਾਹਿਬ ਪੰਜਾਬ ਦੀਆਂ ਪਾਲਿਸੀਜ਼ ਨੂੰ ਚੇਂਜ ਨਹੀਂ ਕਰਦੇ ਹੋ ਤੇ 1 ਸਾਲ ਬਾਅਦ ਸਥਿਤੀ ਅੱਜ ਤੋਂ ਖਰਾਬ ਹੋਏਗੀ, ਸੁਧਰੇਗੀ ਨਹੀਂ। ਮੇਰਾ ਇਹ ਪੁਆਇੰਟ ਹੈ। ਪਰ ਸਰ ਚੀਜ਼ਾਂ ਨੂੰ ਜਿਹੜੀ ਵਰਸਟ ਕੰਡੀਸ਼ਨਸ ਹੁੰਦੀਆਂ ਨੇ ਉਹਨੂੰ ਠੀਕ ਕਰਨ ਲਈ ਕੁਝ ਸਮਾਂ ਲੱਗਦਾ ਹੈ। ਤੁਸੀਂ ਕਹਿੰਦੇ ਹੋ ਚੀਜ਼ਾਂ ਪੁਰਾਣੀਆਂ ਨੇ, ਬਿਮਾਰੀ ਅਲਾਮਤ ਪੁਰਾਣੀ ਹੈ ਤੇ ਦਵਾ ਹੌਲੀ ਹੌਲੀ ਕੰਮ ਕਰੇਗੀ। ਸ਼ਾਇਦ ਹੋ ਸਕਦਾ ਹੈ ਨਹੀਂ, ਦਵਾ ਤਾਂ ਹੈ ਨਹੀਂ, ਦਵਾ ਹੋਮੋਪੈਥਿਕ ਵਾਂਗੂ ਕੰਮ ਕਰੇ, ਮਤਲਬ ਐਲੋਪੈਥੀ ਵਾਂਗੂ ਨਾ ਕੰਮ ਕਰੇ। ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਜਿਨ੍ਹਾਂ ਦੇ ਰਾਜ ਦੇ ਵਿੱਚ ਖਰਾਬ ਹੋਈ ਤੁਹਾਡੇ ਪਾਰਟਨਰ ਸੀਗੇ, ਤੇ ਉਸ ਤੋਂ ਬਾਅਦ ਜਦੋਂ ਬਿਲਕੁਲ ਹੀ ਹੋਰ ਜ਼ਿਆਦਾ ਖਰਾਬ ਹੋ ਗਈ, ਉਹ ਤੁਹਾਨੂੰ ਜੁਆਇਨ ਹੀ ਕਰ ਜਾਂਦੇ ਜਦੋਂ ਕਾਂਗਰਸ ਚੱਲਦੀ ਬੱਸ ਤੋਂ ਉਹਨਾਂ ਨੂੰ ਲਾ ਦਿੰਦੇ। ਦੇਖੋ, ਤੁਸੀਂ ਆਪਣੀ ਪੋਲੀਟੀਕਲ ਥੀਸਿਸ ਦੇਣੀ ਹੈ, ਬੜੀ ਖੁਸ਼ੀ ਨਾਲ ਦਿਓ। ਅਗਰ ਤੁਸੀਂ ਮੈਨੂੰ ਇੰਟਰਵਿਊ ਕਰਨਾ ਹੈ ਤਾਂ ਮੈਂ ਤੁਹਾਨੂੰ ਦੱਸ ਦੇਣਾ ਇੱਕ ਤਾਂ ਹੋਮ ਟਰੂਥ। ਮੈਂ ਭਾਰਤੀ ਜਨਤਾ ਪਾਰਟੀ ਦੀ ਦ ਫੈਕਟ ਕਿ ਅਸੀਂ ਗਠਬੰਧਨ ਦੇ ਜੂਨੀਅਰ ਪਾਰਟਨਰ ਸੀਗੇ, ਮੈਂ ਉਹਨੂੰ ਡਿਨਾਈ ਨਹੀਂ ਕਰ ਰਿਹਾ। ਉਹ ਗਠਬੰਧਨ ਸਾਡੇ ਵਾਸਤੇ ਚੰਗਾ ਨਹੀਂ ਸੀਗਾ, ਮੈਂ ਉਹ ਕਹਿ ਰਿਹਾ। ਕਿਉਂਕਿ ਅਗਰ 117 ਸੀਟਾਂ ਲੜ ਕੇ 117 ਦੀ ਅਸੈਂਬਲੀ, ਅਸੀਂ 23 ਤੋਂ ਜ਼ਿਆਦਾ ਲੜਦੇ ਹੀ ਨਹੀਂ ਸੀ। ਆਪਣੇ ਪੂਰਾ ਅਸੀਂ ਹਮਾਰਾ ਜਿਹੜਾ ਕਮਾਂਡ ਐਂਡ ਕੰਟਰੋਲ ਸੈਂਟਰ ਉਹਨਾਂ ਦੇ ਹੱਥ 'ਚ ਸੀਗਾ। ਜੋ ਉਸ ਵਕਤ ਹੋਇਆ ਬਹੁਤ ਖਰਾਬ ਹੋਇਆ, ਮੈਂ ਉਹਨੂੰ ਮੰਨ ਕੇ ਲੈਣਾ। ਪਹਿਲੇ ਦੇ ਹੋਏ ਅੱਜ ਦੀ ਹੋਈ ਗੱਲ ਨਹੀਂ ਹੈ। ਹੁਣ ਅਸੀਂ ਗੱਲ ਕरें ਅੱਜ ਦੀ। 13 ਮਹੀਨੇ ਪਹਿਲੇ ਜਿਹੜੇ ਚੁਣਾਵ ਹੋਏ ਨੇ, ਉਹਨਾਂ ਨੇ ਸਾਰਿਆਂ ਨੂੰ, ਸਾਡੇ ਵੋਟਰਸ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਰਿਜੈਕਟ ਕਰਤਾ। ਕਿਉਂ ਰਿਜੈਕਟ ਕੀਤਾ? ਕਿਉਂਕਿ ਉਹੀ ਹੈ ਜਿਸ ਤਰ੍ਹਾਂ ਮਾਨ ਸਾਹਿਬ ਵੀ ਕਹਿ ਰਹੇ ਨੇ, ਉਹਨਾਂ ਨੇ 70 ਸਾਲ ਹੁਕੂਮਤ ਕੀਤੀ ਹੈ। ਬਟ ਇਸ਼ੂ ਇਹ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਲਈ ਸਪੋਰਟ ਕੀਤਾ ਕਿਉਂਕਿ ਇਹਨਾਂ ਨੇ ਆ ਕੇ ਕਿਹਾ ਕਿ ਅਸੀਂ ਨਾਰਮਲ ਪੋਲੀਟੀਕਲ ਪਾਰਟੀ ਨਹੀਂ ਆ, ਅਸੀਂ ਸਟਾਰਟਅਪ ਹੈਗੇ। ਸਾਡਾ ਬੜੀ ਚੰਗੀ ਸ਼ੁਰੂਆਤ ਦਿੱਲੀ 'ਚ ਹੋਈ ਸੀ। ਅਸੀਂ ਵਰਲਡ ਕਲਾਸ ਮੁਹੱਲਾ ਕਲੀਨਿਕ ਬਣਾਏ, ਅਸੀਂ ਐਜੂਕੇਸ਼ਨ ਦਾ ਬੜਾ ਵਧੀਆ ਕੰਮ ਕੀਤਾ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹਾਂ, ਅਸੀਂ ਤੁਹਾਨੂੰ ਨਸ਼ੇ ਤੋਂ ਮੁਕਤੀ ਦਿਲਾਵਾਂਗੇ, ਅਸੀਂ ਬੱਚਿਆਂ ਨੂੰ ਨੌਕਰੀ ਦਿਲਾਵਾਂਗੇ, ਹਰ ਇੱਕ ਪਰਿਵਾਰ ਜਿੱਥੇ ਸਾਡੀ ਭੈਣ ਜਾਂ ਬੇਟੀ ਹੈ 1000 ਰੁਪਇਆ ਦਿਆਂਗਾ। ਇਹ ਇਹਨਾਂ ਨੇ ਕਿਹਾ ਸੀ। ਹੁਣ ਇਹ ਮੈਡੀਕਲ ਸਾਇੰਸ ਨੂੰ ਛੱਡ ਦਿਓ, ਇਹ ਹੋਮਿਓਪੈਥੀ ਐਲੋਪੈਥੀ ਦੀ ਗੱਲ ਨਹੀਂ ਹੈ। ਇਹ ਗੱਲ ਇਹ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਇਹ ਕਰਨਗੇ। ਕੌਣ ਸੀ ਮੈਡੀਸਨ ਉਹ ਯੂਜ਼ ਕਰਨਗੇ ਉਹ ਅਲੱਗ ਸਰ ਹੈ। ਮੈਂ ਇੱਕ ਮਿੰਟ ਸੁਣ ਲਓ। ਇਹਨਾਂ ਨੇ ਜਿਹੜੀਆਂ ਵੀ ਪਾਲਿਸੀ ਸੀਗੀਆਂ, ਅਗਰ ਉਸ ਵਕਤ 3,81,000 ਕਰੋੜ ਕਰਜ਼ਾ ਸੀਗਾ, ਉਹ ਚੜ੍ਹ ਕੇ ਬਹੁਤ ਵੱਧ ਗਿਆ ਕਰਜ਼ਾ। ਇਹਦੇ ਕੋਈ ਵੀ ਮੈਡੀਸਿਨ ਕੋਈ ਕਿਸੇ ਨੂੰ ਸਮਝ ਨਹੀਂ ਆਏਗਾ। ਹਿੰਦੁਸਤਾਨ ਨੇ ਪਿਛਲੇ ਸਾਲ ਮਿਲਾ ਕੇ US ਵਿੱਚ ਇਨਵੈਸਟਮੈਂਟ ਕੀਤੀ ਹੈ 50 ਬਿਲੀਅਨ ਡਾਲਰ ਦੀਆਂ। ਉੱਥੇ 4.5 ਲੱਖ ਨੌਕਰੀ ਇਸ ਇਨਵੈਸਟਮੈਂਟ ਤੋਂ ਹੋਈ ਹੈ। ਭਾਈ ਸਾਹਿਬ, ਉਹੀ ਇਨਵੈਸਟਮੈਂਟ ਪੰਜਾਬ ਵਿੱਚ ਹੋ ਸਕਦੀ ਹੈ, ਉਹੀ ਇਨਵੈਸਟਮੈਂਟ ਨਾਲ ਇੱਥੇ ਫੈਕਟਰੀਆਂ ਖੁੱਲ੍ਹ ਸਕਦੀਆਂ ਨੇ। ਪਰ ਕਿਉਂਕਿ ਤੁਸੀਂ ਇੱਥੇ ਟਾਰਗੇਟਡ ਕਿਲਿੰਗਸ ਹੋ ਰਹੀਆਂ ਨੇ, ਕਿਉਂਕਿ ਇੱਥੇ ਐਕਸਟੋਰਸ਼ਨ ਹੋ ਰਹੀ ਹੈ, ਕਿਉਂਕਿ ਇੱਥੇ ਜਿਹੜਾ ਪੋਲੀਟੀਕਲ ਨੈਰੇਟਿਵ ਹੈ, ਤੇ ਪੋਲੀਟੀਕਲ ਨੈਰੇਟਿਵ ਕੀ ਹੈਗਾ, ਜਲੰਧਰ ਨਾਲ ਕਿਉਂ ਜੁੜਿਆ ਮੈਂ ਦੱਸਣਾ ਤੁਹਾਨੂੰ। ਉਹ ਇਸ ਲਈ ਜੁੜਿਆ ਕਿ ਇਹ ਆਮ ਆਦਮੀ ਪਾਰਟੀ ਦੇ 2 ਮੰਤਰੀ ਬੰਦ ਪਏ ਨੇ ਦਿੱਲੀ 'ਚ। ਮੈਂ ਨਾਂ ਨਹੀਂ ਲੈਂਦਾ।
ਇੱਕ ਮੰਤਰੀ ਦੇ ਖਿਲਾਫ ਚਾਰਜਸ਼ੀਟ ਨਾ ਆ ਗਿਆ ਲਿਕਰ ਸਕੈਮ ਵਿੱਚ, ਇੱਕ ਇੱਥੇ ਵੀਡੀਓ ਚੱਲ ਰਹੀ ਹੈ ਕੋਈ ਲਾਲਚੰਦ ਕਟਾਰਾ ਚੁੱਕ ਹੈਗੀ, ਤੇ ਜਿਹੜਾ ਵਿਕਟਿਮ ਹੈ ਉਸ ਵਿਕਟਿਮ ਉਹ ਕਹਿੰਦਾ ਹਾਂ ਇਹ ਮੇਰੇ ਨਾਲ ਹੋਇਆ। ਤੇ ਇਹ ਅਗਰ 1 ਸਾਲ ਵਿੱਚ ਇਹਨਾਂ ਨੇ ਇਹ ਕਰ ਲਿਆ 13 ਮਹੀਨੇ, ਜਿਹੜੀ ਚੁਣਾਵ ਵਿੱਚ 5 ਸਾਲ ਦੇ ਮੈਂਡੇਟ ਮਿਲਦੀ ਹੈ ਉਹਦੇ 'ਚ ਆਕਸੀਜਨ ਮਿਲਦੀ ਹੈ 5 ਸਾਲ ਵਾਸਤੇ, ਇਹਨਾਂ ਨੇ 13 ਮਹੀਨੇ 'ਚ ਖਤਮ ਕਰ ਲਿਆ। ਹੁਣ ਮੈਂ ਆਉਂਦਾ ਜਲੰਧਰ ਦੇ ਚੁਣਾਵ ਤੇ ਬਾਈਪੋਲ। ਮੇਰਾ ਛੋਟਾ ਜਿਹਾ ਸਵਾਲ ਮੈਂ ਤੁਸੀਂ ਪੁੱਛਿਆ ਇਸ ਲਈ ਮੈਂ ਉਹਨੂੰ ਜਵਾਬ ਦੇਣ ਦਿਓ ਵੀ ਜਿੱਤਣ ਲਈ ਲੜ ਰਹੇ ਹੋ ਜਾਂ ਆਪਣੀ ਗਰੂਮਿੰਗ ਲਈ ਲੜ ਰਹੇ ਹੋ? ਇਹ ਜਿੱਤਣ ਵਾਸਤੇ ਲੜ ਨਹੀਂ ਰਹੇ, ਅਸੀਂ ਜਿੱਤਾਂਗੇ ਔਰ ਉਹ ਟਰਨਿੰਗ ਪੁਆਇੰਟ ਹੋਏਗਾ 2024 ਦੇ ਚੁਣਾਵ ਵਾਸਤੇ ਤੇ 2027 ਦੇ ਚੁਣਾਵ ਵਾਸਤੇ। ਮੈਨੂੰ ਹੈਰਾਨਗੀ ਹੈ ਬਾਕੀ ਪਾਰਟੀਆਂ ਕੈਂਪੇਨ ਹੀ ਨਹੀਂ ਕਰ ਰਹੀਆਂ, ਕਿਉਂਕਿ ਇਹ ਤਾਂ ਪ੍ਰੈਸ ਦੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਨੇ। ਆਮ ਆਦਮੀ ਪਾਰਟੀ ਕਿਉਂ ਆਏਗਾ? ਤੁਹਾਡੇ ਜੇ ਯੰਗ ਇੰਥੂਜ਼ੀਆਸਟਿਕ ਐਗਰੈਸਿਵ ਜਿਹੜੇ ਸਾਡੇ ਪੱਤਰਕਾਰ ਭਾਈ ਹੈਗੇ, ਤੁਸੀਂ ਪੁੱਛੋਗੇ ਹਾਂਜੀ ਉਹ ਕਤਾਰਾ ਚੁੱਕਦਾ ਕੀ ਹੋਇਆ ਜੀ, ਕਤਾਰਾ ਚੁੱਕਦਾ ਕੀ ਹੋਇਆ? ਪਹਿਲੇ ਦਿਨ ਜੀ ਉਹ ਗਵਰਨਰ ਕੇ ਕੋਲ ਗੱਲ ਗਈ ਹੈ, ਕੋਈ ਕਹੇਗਾ ਕੁਛ ਕਹੀਆ। ਹੁਣ ਤੇ ਉਹ ਲਾਂਚ ਹੋ ਗਿਆ ਨਾ, ਹੁਣ ਤੇ ਕਮਿਸ਼ਨ ਨੇ ਵੀ ਉਹਨੇ ਖੁਦ ਕਿਹਾ ਕਿ ਹੋਇਆ ਜੀ ਮੇਰੇ ਨਾਲ। ਅੱਛਾ ਹੋਰ ਕੀ ਹੈ? ਇਹ ਆਮ आदमी पार्टी जड़ी आई सी बड़ी मनु तो 4 कमरों का घर चाहिए, मैं तो गरीब आदमी मफलर पा के वैगन आर दी फ्रंट सीट बैठ गया। होया की है? वो शीश माल देखा जाए, शीश माल देखा जाए। हालत ये है कि लोगों के सामने जड़ा क्रेडिबिलिटी कोशंट होंदा है, क्रेडिबिलिटी का मतलब तुसी कुछ कहते हो, लोग कहते यार ये कह रहे हैं तो मतलब कुछ होगा इसमें, वो जीरो हो गया है। कांग्रेस पार्टी उंज कोलैप्स हो रही है। संतोख सिंह जी जो सीगे जो जलंधर च होया देखे, सानू बड़ा अफसोस है कि साडे विच नहीं रहे। उन्हां दी वाइफ साहिबान लड़ रही है चुनाव, कोई कांग्रेस का इत्थे कोई ग्राउंड लेवल तो है नहीं। आम आदमी पार्टी का धमकियां देने के इलावा मैं उस दिन एक कार्यकर्ता के घर गया, मैं बूथ लेवल कर रहा, मैं तो तुसी रिक्वेस्ट की तो मैं कुछ चैनल नाल गल कर रहा, मैं कोई स्पीचेस विचेस नहीं कर रहा, मैं बूथ लेवल कर रहा। ਅਸੀਂ कार्यकर्ता ਦੇ ਘਰ ਕੀਤੀ, ਉੱਥੇ ਮੈਂ ਅਜੇ ਗੱਡੀ 'ਚ ਬੈਠੇ ਸੀ, ਕੋਈ ਆਇਆ ਉਹਨੇ ਧਮਕੀ ਦੇ ਦਿੱਤੀ, ਆਪਣੇ ਘਰ ਕਿਸ ਤਰ੍ਹਾਂ ਕਰਵਾਈ ਤੁਸੀਂ? ਇਹ ਪੋਲਿਟਿਕਸ ਨਹੀਂ ਹੈ, ਇਹ ਪੋਲਿਟਿਕਸ ਦਾ ਸਬਵਰਜਨ ਹੈ। ਆਮ ਆਦਮੀ ਖਾਸ ਆਦਮੀ ਬਣ ਗਿਆ ਤੇ ਇਹਨਾਂ ਨੇ ਜੋੜ ਜ਼ਮੀਨ ਨਾਲ ਜੁੜਿਆ ਹੋਇਆ ਤੇ ਉਹਨਾਂ ਵਿਚਾਰੀ ਇੱਕ 24 ਸਾਲ ਦੀ ਪਤਾ ਨਹੀਂ 23-24 ਸਾਲ ਦੀ ਬੱਚੀ ਹੈ ਜਿਹਨੇ जो उस चैनल ते है कल होर कोई मिला उन्होंने ही गिरफ्तार कर लिता। तो ये मैनू लगता है पंजाब वास्ते भी बड़ी। सर ये जड़ियाँ गल्लां ये सारी पोलीटिकल पार्टीज दी तुसीं उन्हां दी हालत दसी है, बट मैं पुछना चाहना लोग बीजेपी नूं क्यों वोट करनगे? मैं इसलिए मैं दस रहा क्यों, क्योंकि बीजेपी कह रहे हैं कि बीजेपी रूल स्टेट इहो जिहा नशे की प्रॉब्लम नहीं हो सकती। नंबर 1 बीजेपी कह रही है कि सारिया जड़िया बीजेपी रूल स्टेट्स ने उत्थे रेट ऑफ ग्रोथ पंजाब तो 3 गुना ज़्यादा है। ये मैं नहीं कह रहा, ये लोग कह रहे हैं। हुण देखो अगर मैं तुहानूं दस रहा देश की की सिचुएशन, 10th पोजीशन तो आगे 5th पोजीशन तक पहुँच गए, 3rd पोजीशन पर पंजाब ही तो नहीं तरक्की हो रही ना। दैट इज़ द इशू। इज़ इट गॉट समथिंग टू डू विद द पोलिटिकल स्ट्रक्चर है कि पंजाब मेहनत पंजाब के साढ़े भैन भरा नंबर 1 ने, इत्थे भी मेहनत करते हैं, बाहर जाके भी मेहनत करते हैं, पर वो गलत लाइन ते लग गए ने। पॉलिटिक्स ने लेट डाउन किया है। मैं किसी को ये नहीं कह रहा कि ये नहीं है। तुसीं कहोगे जी कैप्टन साहब तुहाडे नाल मिले हुए ने, कैप्टन साहब ने कोशिश की नहीं होया, पर हुण कैप्टन साहब छड्ड के साडे नाल ने ना। साडे वैल्यू सिस्टम में नशे की ये प्रॉब्लम या लॉ एंड ऑर्डर प्रॉब्लम नहीं हो सकती। देख लो यूपी च की हो रहा है, यूपी च मतलब इहो जी जो पंजाब च हरकतां हो रही ने यूपी च करके दिखाओ। पर यूपी दे विच ही होया ना, पुलिस कस्टडी दे विच गोली मार के कोई चला गया, उन्होंने दी गैंग नहीं हो गया, चला गया है, पर किन हो गया? अतीक अहमद नो ना, उस पर अफसोस हो रहा है। ਅਤੀਕ ਤੇ ਅਸਦ ਦਾ ਜਿਹੜਾ ਉੱਥੇ ਗੋਲੀ ਮਾਰੀ ਜਾਂਦੀ ਹੈ ਉਹ ਪੁਲਿਸ ਕਸਟਡੀ ਦੇ ਵਿੱਚ ਹੈ। नहीं पुलिस कस्टडी जो भी है वो तो कार्रवाई होगी, बट स्टेट क्लीन हो गई है एकदम। लॉ एंड ऑर्डर प्रॉब्लम इन्नी सीरियस सीगी, तले आ गई है, उत्थे इन्वेस्टमेंट हो रही है। इत्थे की हो रहा है? इत्थे की हो रहा है? इत्थे हो रहा है एक्सटॉर्शन कॉल्स आ रही हैं, इन्ना पैसा दे दो नहीं तो लिस्टिंग। बड़ा फर्क है। इसलिए तुसी जरा बाकी कंट्री दे देखो, ਕਿਉਂਕਿ ਚੀਜ਼ਾਂ ਸਰ ਜਰਨਲਿਜ਼ਮ ਦੇ ਵਿੱਚ ਹੁੰਦਾ ਹੈ ਕਿ ਪੈਰਲਲ ਸਾਰੀਆਂ ਚੀਜ਼ਾਂ ਦੇਖੀ ਜਾਂਦੀਆਂ। ਜੰਤਰ ਮੰਤਰ ਤੋਂ ਲੈ ਕੇ ਮਨੀਪੁਰ ਤੱਕ ਜਿਹੜੀ ਕੰਡੀਸ਼ਨ ਹੈ ਉਹ ਵੀ ਪੈਰਲਲ ਦੇਖੀ ਜਾਏਗੀ ਬੀਜੇਪੀ ਰੂਲ ਦੇ ਵਿੱਚ। जंतर मंतर कोई बीजेपी रूल नहीं है, जंतर मंतर दिल्ली रूल। बट तुसी अगर रेस्लर्स के बारे कह रहे हो, मेरी गल सुनो, मेरी गल
ਡਿਮਾਂਡ ਸੀਗੀ ਕਿ ਉਹਨਾਂ ਦੇ ਖਿਲਾਫ FIR ਹੋਣਾ ਚਾਹੀਦਾ। FIR has been launched। ਜਿਹੜੇ ਸੈਕਸ਼ਨ ਲਗਾਉਣੇ ਚਾਹੀਦੇ ਨੇ ਉਹ ਹੋ ਗਏ ਨੇ। ਤੁਸੀਂ ਜਰਨਲਿਜ਼ਮ ਬੜੀ ਚੰਗੀ ਚੀਜ਼ ਹੈ, ਰੈਸਲਰਸ ਠੀਕ ਨੇ, ਪਰ ਉਹ ਜਿਹੜੇ ਕਿਸੇ ਪਿੱਟੇ ਡਿਸਕ੍ਰੈਡਿਟਡ ਪੋਲੀਟੀਸ਼ੀਅਨ ਉਸੇ ਮੰਚ ਤੇ ਪਹੁੰਚ ਜਾਣਗੇ ਤੇ ਫਿਰ ਉਹਨਾਂ ਨੂੰ ਰੈਸਲਰਸ ਨੂੰ ਫਾਇਦਾ ਨਹੀਂ ਹੁੰਦਾ, ਉਹਦੇ ਨਾਲ ਰੈਸਲਰਸ ਨੂੰ ਨੁਕਸਾਨ ਹੁੰਦਾ। ਤੇ ਥੋੜਾ ਜਿਹਾ ਇਹ ਐਂਗਲ ਹੈਗਾ। ਜਦ ਤੱਕ ਮਨੀਪੁਰ ਦੀ ਇਟ ਇਜ਼ ਅ ਪ੍ਰੋਬਲਮ, ਇਟ ਇਜ਼ ਬੀਇੰਗ ਐਡਰੈਸਡ। ਇਹ ਕਿਤੇ ਵੀ ਹੋ ਸਕਦੀ ਹੈ, ਕਿਤੋਂ ਕੋਰਟ ਤੋਂ ਆਇਆ ਡਾਇਰੈਕਟਿਵ, ਇਹਦੇ BJP ਦੇ ਰੂਲ ਦਾ ਕੀ ਕਰਨਾ ਇਹਦਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਹੋ ਗਿਆ ਲਾਸਟ ਕੁਐਸਚਨ ਹੈ। ਨਹੀਂ ਲਾਸਟ ਹੋ ਗਿਆ ਯਾਰ ਮੇਰਾ ਆਈ ਹੈਵ ਅ ਟਾਈਮ। ਥੈਂਕ ਯੂ। ਸੋ ਕੇਂਦਰੀ ਮੰਤਰੀ ਹਰਦੀਪ ਪੁਰੀ BJP ਤੋਂ ਜਿਹੜੇ ਸੀਨੀਅਰ ਲੀਡਰ ਔਰ ਮੰਤਰੀ तमाम ਸਵਾਲਾਂ ਦੇ ਜਵਾਬ ਬੜੀ ਬੇਬਾਕੀ ਦੇ ਨਾਲ ਦਿੱਤੇ ਆ। ਔਰ ਇੱਕ ਗੱਲ ਹਰ BJP ਲੀਡਰ ਵੱਲੋਂ ਕਹੀ ਜਾ ਰਹੀ ਹੈ ਕਿ ਜਿਹੜੀ ਇਲੈਕਸ਼ਨ ਹੈ ਉਹ ਪੰਜਾਬ ਨੂੰ 2024 ਤੇ 27 ਦੇ ਮੱਦੇਨਜ਼ਰ ਰੱਖ ਕੇ ਵੇਖੀ ਜਾ ਰਹੀ ਹੈ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ BJP ਰੂਲ ਦੇ ਵਿੱਚ ਜਿਹੜੀਆਂ ਨੇ ਉਹ ਸੋਲਵ ਹੋ ਸਕਦੀਆਂ ਨੇ। ਤੁਸੀਂ ਵੇਖਦੇ ਰਹੋ ਰੋਜ਼ਾਨਾ ਸਪੋਕਸਮੈਨ। ਮੈਂ ਨਵਜੋਤ ਸਿੰਘ ਢਾਲੀਵਾਲ।